ਪਿਆਰੇ ਵਿਦਿਆਰਥੀਓ, ਤੁਹਾਡਾ ਸਾਰਿਆਂ ਦਾ ਅੱਜ ਦੀ ਇਸ ਆਨਲਾਈਨ ਜਮਾਤ ਦੇ ਵਿੱਚ ਸਵਾਗਤ ਹੈ। ਅੱਜ ਆਪਾਂ ਤੁਹਾਡੀ ਜਮਾਤ ਯਾਨੀ ਕਿ 8ਵੀਂ ਵਿਸ਼ਾ ਸਮਾਜਿਕ ਵਿਗਿਆਨ ਦੇ ਵਿੱਚੋਂ ਭਾਗ ਸਮਾਜਿਕ ਅਤੇ ਰਾਜਨੀਤਿਕ ਜੀਵਨ ਦੇ ਵਿੱਚੋਂ ਪਾਠ ਨੰਬਰ 26 ਮੁੱਢਲੇ ਅਧਿਕਾਰ ਅਤੇ ਮਨੁੱਖੀ ਅਧਿਕਾਰਾਂ ਵਜੋਂ ਮੁੱਢਲੇ ਕਰਤੱਵ ਦਾ ਅਧਿਐਨ ਕਰਾਂਗੇ। ਤੁਸੀਂ ਸਭ ਨੇ ਆਪਣੀ ਆਪਣੀ ਕਾਪੀ ਅਤੇ ਆਪਣਾ ਪੈਨ ਆਪਣੇ ਕੋਲ ਰੱਖਣਾ ਹੈ ਅਤੇ ਜੋ ਵੀ ਜਾਣਕਾਰੀ ਮੈਂ ਤੁਹਾਡੇ ਨਾਲ ਸਾਂਝੀ ਕਰਾਂਗਾ ਉਸ ਨੂੰ ਜ਼ਰੂਰ ਨੋਟ ਕਰਦੇ ਜਾਣਾ ਹੈ। ਪਿਆਰੇ ਵਿਦਿਆਰਥੀਓ, ਇਸ ਪਾਠ ਨੂੰ ਪੜ੍ਹਨ ਉਪਰੰਤ ਤੁਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਨਾਲ ਸੰਬੰਧਿਤ ਬਹੁਤ ਹੀ ਅਹਿਮ ਜਾਣਕਾਰੀ ਪ੍ਰਾਪਤ ਕਰੋਗੇ। ਤੇ ਹੁਣ ਆਪਾਂ ਇਸ ਪਾਠ ਦੀ ਸ਼ੁਰੂਆਤ ਇਹਨਾਂ ਦੋ ਪ੍ਰਸ਼ਨਾਂ ਦੇ ਨਾਲ ਕਰਦੇ ਹਾਂ। ਸਭ ਤੋਂ ਪਹਿਲਾ ਪ੍ਰਸ਼ਨ ਇਸ ਪ੍ਰਕਾਰ ਹੈ, ਕੀ ਤੁਸੀਂ ਦੱਸ ਸਕਦੇ ਹੋ ਕਿ ਹੇਠ ਲਿਖਿਆਂ ਵਿੱਚ ਤੁਹਾਡਾ ਅਧਿਕਾਰ ਕਿਹੜਾ ਹੈ? ਨੰਬਰ 1 ਸਕੂਲ ਪੜ੍ਹਨ ਜਾਣਾ, ਨੰਬਰ 2 ਮੇਲਾ ਵੇਖਣ ਜਾਣਾ, ਨੰਬਰ 3 ਮੰਦਿਰ ਜਾਣਾ, ਨੰਬਰ 4 ਸਕੂਲ ਦੇ ਗਰਾਊਂਡ ਵਿੱਚ ਖੇਡਣ ਜਾਣਾ ਅਤੇ ਨੰਬਰ 5 ਉਪਰੋਕਤ ਸਾਰੇ। ਜੀ ਹਾਂ ਪਿਆਰੇ ਵਿਦਿਆਰਥੀਓ, ਮੈਂ ਇਹ ਗੱਲ ਚੰਗੀ ਤਰ੍ਹਾਂ ਸਮਝ ਸਕਦਾ ਹਾਂ ਕਿ ਤੁਹਾਡਾ ਉੱਤਰ ਉਪਰੋਕਤ ਸਾਰੇ ਹੀ ਹੋਵੇਗਾ, ਕਿਉਂਕਿ ਤੁਸੀਂ ਸਾਰੇ ਹੀ ਆਪਣੇ ਅਧਿਕਾਰਾਂ ਦੇ ਪ੍ਰਤੀ ਬਹੁਤ ਵਧੀਆ ਜਾਣਕਾਰੀ ਰੱਖਦੇ ਹੋ। ਤੁਸੀਂ ਸਕੂਲ ਵੀ ਪੜ੍ਹਨ ਜਾਂਦੇ ਹੋ, ਆਪਣੇ ਮਾਤਾ ਪਿਤਾ ਨਾਲ ਮੇਲਾ ਵੇਖਣ ਵੀ ਜਾਂਦੇ ਹੋ ਅਤੇ ਮੰਦਿਰ ਗੁਰਦੁਆਰੇ ਵੀ ਜਾਂਦੇ ਹੋ। ਤੁਹਾਨੂੰ ਸਕੂਲ ਦੇ ਗਰਾਊਂਡ ਵਿੱਚ ਖੇਡਣ ਤੋਂ ਵੀ ਕੋਈ ਨਹੀਂ ਰੋਕ ਸਕਦਾ। ਪਿਆਰੇ ਵਿਦਿਆਰਥੀਓ, ਇਹ ਸਾਰੇ ਸਾਡੇ ਅਧਿਕਾਰ ਹਨ। ਪਿਆਰੇ ਵਿਦਿਆਰਥੀਓ, ਤੁਹਾਡੀ ਸਕਰੀਨ ਦੇ ਉੱਤੇ ਸਾਡਾ ਅੱਜ ਦਾ ਦੂਸਰਾ ਪ੍ਰਸ਼ਨ ਹੈ, ਸਾਡੇ ਭਾਰਤ ਦਾ ਪ੍ਰਸ਼ਾਸਨ ਕਿਸ ਦੇ ਨਾਮ ਉੱਤੇ ਚੱਲਦਾ ਹੈ? ਨੰਬਰ 1 ਸਰਕਾਰ ਦੇ ਨਾਮ ਉੱਤੇ, ਨੰਬਰ 2 ਰਾਜ ਦੇ ਨਾਮ ਉੱਤੇ, ਨੰਬਰ 3 ਸਾਡੇ ਭਾਰਤ ਦੇ ਸੰਵਿਧਾਨ ਦੇ ਨਾਮ ਉੱਤੇ ਅਤੇ ਨੰਬਰ 4 ਕੋਈ ਨਹੀਂ। ਜੀ ਹਾਂ, ਇਹ ਵੀ ਉੱਤਰ ਤੁਹਾਨੂੰ ਲਾਜ਼ਮੀ ਤੌਰ ਤੇ ਪਤਾ ਹੋਵੇਗਾ, ਕਿਉਂਕਿ ਪਿਆਰੇ ਵਿਦਿਆਰਥੀਓ, ਤੁਸੀਂ ਇਸ ਤੋਂ ਪਹਿਲੇ ਪਾਠ ਦੇ ਵਿੱਚ ਸਾਡੇ ਭਾਰਤੀ ਸੰਵਿਧਾਨ ਦੇ ਬਾਰੇ ਬਹੁਤ ਹੀ ਚੰਗੀ ਤਰ੍ਹਾਂ ਪੜ੍ਹਿਆ ਹੈ, ਉਸ ਦੀ ਜਾਣਕਾਰੀ ਪ੍ਰਾਪਤ ਕੀਤੀ ਹੈ ਅਤੇ ਤੁਹਾਨੂੰ ਇਹ ਉੱਤਰ ਬਹੁਤ ਚੰਗੀ ਤਰ੍ਹਾਂ ਪਤਾ ਹੈ। ਤੇ ਅੱਜ ਆਪਾਂ ਸਾਡੇ ਅਧਿਕਾਰਾਂ ਦੇ ਬਾਰੇ ਵਿਸਥਾਰ ਰੂਪ ਦੇ ਵਿੱਚ ਪੜ੍ਹਾਂਗੇ। ਤੇ ਆਓ ਫਿਰ ਸ਼ੁਰੂ ਕਰਦੇ ਹਾਂ। ਸਾਡੇ ਅੱਜ ਦੇ ਪਾਠ ਦਾ ਸਾਡਾ ਪਹਿਲਾ ਮਹੱਤਵਪੂਰਨ ਵਿਸ਼ਾ ਮਨੁੱਖੀ ਵਿਕਾਸ, ਸਹੂਲਤਾਂ ਅਤੇ ਅਧਿਕਾਰ। ਇਹਨਾਂ ਦੇ ਬਾਰੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਜਾਣਕਾਰੀ ਦੇਵਾਂਗਾ। ਪਿਆਰੇ ਵਿਦਿਆਰਥੀਓ, ਜਿਵੇਂ ਜਿਵੇਂ ਮਨੁੱਖ ਦਾ ਵਿਕਾਸ ਹੁੰਦਾ ਗਿਆ, ਮਨੁੱਖ ਦੀਆਂ ਸਹੂਲਤਾਂ ਅਤੇ ਲੋੜਾਂ ਵੀ ਵੱਧਦੀਆਂ ਗਈਆਂ ਹਨ। ਸਮਾਜ ਦੇ ਵਿੱਚ ਇਹਨਾਂ ਲੋੜਾਂ ਨੂੰ, ਇਹਨਾਂ ਸਹੂਲਤਾਂ ਨੂੰ ਹੌਲੀ-ਹੌਲੀ ਕਾਨੂੰਨਾਂ ਦੇ ਰੂਪ ਦੇ ਵਿੱਚ ਅਪਣਾਇਆ ਗਿਆ। ਇਹਨਾਂ ਕਾਨੂੰਨਾਂ ਨੂੰ ਹੀ ਹੌਲੀ-ਹੌਲੀ ਸਾਡੇ ਅਧਿਕਾਰ ਕਿਹਾ ਜਾਣ ਲੱਗਿਆ। ਜਿਸ ਪ੍ਰਕਾਰ ਤੁਸੀਂ ਪੜ੍ਹ ਸਕਦੇ ਹੋ, ਮਨੁੱਖੀ ਵਿਕਾਸ ਲਈ ਸਾਨੂੰ ਕੁਝ ਸਹੂਲਤਾਂ ਦੀ ਲੋੜ ਹੁੰਦੀ ਹੈ। ਇਹ ਸਹੂਲਤਾਂ ਸਾਨੂੰ ਸਮਾਜ ਵਿੱਚੋਂ ਹੀ ਮਿਲ ਸਕਦੀਆਂ ਹਨ। ਪਿਆਰੇ ਵਿਦਿਆਰਥੀਓ, ਇਹਨਾਂ ਸਹੂਲਤਾਂ ਨੂੰ ਹੀ ਅਧਿਕਾਰਾਂ ਦਾ ਨਾਮ ਦਿੱਤਾ ਜਾਂਦਾ ਹੈ। ਇਹ ਅਧਿਕਾਰ ਸਮਾਜ ਵੱਲੋਂ ਪ੍ਰਵਾਨ ਹੋਣੇ ਚਾਹੀਦੇ ਹਨ। ਭਾਵ ਕੋਈ ਵੀ ਅਧਿਕਾਰ ਕਿਸੇ ਰਾਜ ਜਾਂ ਕਿਸੇ ਸਮਾਜ ਦੇ ਕਾਨੂੰਨ ਦੇ ਵੱਲੋਂ ਜ਼ਰੂਰ ਪ੍ਰਵਾਨ ਹੋਣੇ ਚਾਹੀਦੇ ਹਨ। ਸੋ ਹੁਣ ਆਪਾਂ ਪਾਠ ਦੇ ਵਿੱਚ ਅੱਗੇ ਸਾਡੇ ਅਧਿਕਾਰਾਂ ਦੇ ਬਾਰੇ ਵਿਸਥਾਰ ਰੂਪ ਦੇ ਵਿੱਚ ਪੜ੍ਹਾਂਗੇ। ਕਿਹੜੇ-ਕਿਹੜੇ ਅਧਿਕਾਰ ਸਾਡੇ ਭਾਰਤੀ ਸੰਵਿਧਾਨ ਦੇ ਵਿੱਚ ਦਰਜ ਕੀਤੇ ਗਏ ਹਨ, ਇਹਨਾਂ ਦੀ ਵਰਤੋਂ ਅਸੀਂ ਬਿਨਾਂ ਕਿਸੇ ਰੋਕ ਟੋਕ ਤੋਂ ਕਰ ਸਕਦੇ ਹਾਂ। ਪਿਆਰੇ ਵਿਦਿਆਰਥੀਓ, ਤੁਹਾਡੇ ਲਈ ਇਹ ਜਾਣਕਾਰੀ ਬਹੁਤ ਜ਼ਿਆਦਾ ਅਹਿਮ ਹੈ,
ਕਿ ਜਿਹੜੇ ਤੁਹਾਡੇ ਅਧਿਕਾਰ ਹੁੰਦੇ ਹਨ ਉਹ ਦੂਜੇ ਮਨੁੱਖ ਦੇ ਕਰਤੱਵ ਹੁੰਦੇ ਹਨ, ਅਤੇ ਜੋ ਦੂਜੇ ਮਨੁੱਖ ਦੇ ਅਧਿਕਾਰ ਹੁੰਦੇ ਹਨ ਉਹ ਤੁਹਾਡੇ ਕਰਤੱਵ ਬਣ ਜਾਂਦੇ ਹਨ। ਸੋ ਸਮਾਜ ਦੇ ਵਿੱਚ ਇਹਨਾਂ ਦੀ ਪਾਲਣਾ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ। ਹੁਣ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਅਧਿਕਾਰ ਸ਼ਬਦ ਦਾ ਅਸਲ ਦੇ ਵਿੱਚ ਸ਼ਬਦੀ ਅਰਥ ਕੀ ਹੁੰਦਾ ਹੈ ਉਸ ਦੇ ਬਾਰੇ ਜਾਣਕਾਰੀ ਦੇਵਾਂਗਾ। ਅਧਿਕਾਰ, ਜਿਸ ਪ੍ਰਕਾਰ ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਕਿ ਜੋ ਸਮਾਜ ਵਿੱਚ ਸਹੂਲਤਾਂ ਹੁੰਦੀਆਂ ਹਨ, ਮਨੁੱਖ ਦੀਆਂ ਲੋੜਾਂ ਹੁੰਦੀਆਂ ਹਨ, ਉਹਨਾਂ ਨੂੰ ਅਧਿਕਾਰਾਂ ਦਾ ਨਾਮ ਦਿੱਤਾ ਜਾਂਦਾ ਹੈ। ਪਰ ਇਸ ਦਾ ਅਸਲ ਦੇ ਵਿੱਚ ਸਧਾਰਨ ਅਰਥ ਤੁਸੀਂ ਪੜ੍ਹ ਸਕਦੇ ਹੋ, ਮਨੁੱਖ ਦੀਆਂ ਉਹ ਜਾਇਜ਼ ਮੰਗਾਂ ਜੋ ਉਸ ਦੇ ਵਿਕਾਸ ਅਤੇ ਕਲਿਆਣ ਲਈ ਅਤੀ ਜ਼ਰੂਰੀ ਹੁੰਦੀਆਂ ਹਨ। ਇਹਨਾਂ ਅਧਿਕਾਰਾਂ ਨੂੰ ਸਮਾਜ ਜਾਂ ਰਾਜ ਉਚਿਤ ਸਮਝਦਾ ਹੋਵੇ, ਜਾਂ ਫਿਰ ਇਹ ਅਧਿਕਾਰ ਰਾਜ ਦੇ ਕਾਨੂੰਨ ਦੇ ਮੁਤਾਬਕ ਹੋਣ। ਪਿਆਰੇ ਵਿਦਿਆਰਥੀਓ, ਸਾਡੇ ਮੁੱਢਲੇ ਅਧਿਕਾਰਾਂ ਨੂੰ ਸਮਝਣ ਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ ਅਧਿਕਾਰ ਸ਼ਬਦ ਦਾ ਅਸਲ ਦੇ ਵਿੱਚ ਅਰਥ ਸਮਝਣਾ ਬਹੁਤ ਜ਼ਰੂਰੀ ਹੈ। ਸੋ ਹੁਣ ਆਪਾਂ ਅੱਗੇ ਅਧਿਕਾਰਾਂ ਦੀਆਂ ਸ਼੍ਰੇਣੀਆਂ ਅਤੇ ਸਮੁੱਚੇ ਮੁੱਢਲੇ ਅਧਿਕਾਰਾਂ ਦੇ ਬਾਰੇ ਪੜ੍ਹਾਂਗੇ। ਪਿਆਰੇ ਵਿਦਿਆਰਥੀਓ, ਕਿਸੇ ਵੀ ਸਮਾਜ ਦੇ ਵਿੱਚ ਅਧਿਕਾਰਾਂ ਦੀਆਂ ਕਈ ਸ਼੍ਰੇਣੀਆਂ ਹੋ ਸਕਦੀਆਂ ਹਨ। ਇਹ ਸਮਾਜ ਉੱਤੇ ਨਿਰਭਰ ਕਰਦਾ ਹੈ ਕਿ ਕਿਹਨਾਂ ਅਧਿਕਾਰਾਂ ਨੂੰ ਕਿਹਨਾਂ ਸ਼੍ਰੇਣੀਆਂ ਦੇ ਵਿੱਚ ਰੱਖਿਆ ਜਾਵੇ। ਇਹ ਸ਼੍ਰੇਣੀਆਂ ਇਸ ਪ੍ਰਕਾਰ ਹਨ। ਜੇਕਰ ਅਸੀਂ ਸਾਡੇ ਭਾਰਤੀ ਸਮਾਜ ਦੀ ਗੱਲ ਕਰੀਏ ਤਾਂ ਸਾਡੇ ਭਾਰਤੀ ਸਮਾਜ ਮੁਤਾਬਕ ਅਧਿਕਾਰਾਂ ਦੀਆਂ ਕਈ ਸ਼੍ਰੇਣੀਆਂ ਹੁੰਦੀਆਂ ਹਨ, ਜਿਨ੍ਹਾਂ ਵਿੱਚ ਮੁੱਖ ਰੂਪ ਵਿੱਚ ਮੂਲ ਜਾਂ ਮੁੱਢਲੇ ਅਧਿਕਾਰ ਆ ਜਾਂਦੇ ਹਨ। ਪਿਆਰੇ ਵਿਦਿਆਰਥੀਓ, ਇਹਨਾਂ ਨੂੰ ਸੰਵਿਧਾਨਿਕ ਅਧਿਕਾਰ ਵੀ ਕਿਹਾ ਜਾਂਦਾ ਹੈ, ਕਿਉਂਕਿ ਇਹ ਅਧਿਕਾਰ ਸਾਡੇ ਭਾਰਤ ਦੇ ਸੰਵਿਧਾਨ ਦੇ ਵਿੱਚ ਦਰਜ ਕੀਤੇ ਗਏ ਹਨ। ਇਹਨਾਂ ਸਮੁੱਚੇ ਮੁੱਢਲੇ ਅਧਿਕਾਰਾਂ ਦੀ ਵਰਤੋਂ ਤੁਸੀਂ ਕਿਸੇ ਵੀ ਰੋਕ ਟੋਕ ਤੋਂ ਬਿਨਾਂ ਕਰ ਸਕਦੇ ਹੋ। ਕੋਈ ਵੀ ਕਿਸੇ ਵੀ ਪ੍ਰਕਾਰ ਦੀ ਤੁਹਾਡੇ ਤੇ ਰੋਕ ਨਹੀਂ ਲਗਾ ਸਕਦਾ। ਇਹਨਾਂ ਨੂੰ ਹੀ ਸਾਡੇ ਕਾਨੂੰਨੀ ਅਧਿਕਾਰ ਵੀ ਕਿਹਾ ਜਾਂਦਾ ਹੈ। ਪਿਆਰੇ ਵਿਦਿਆਰਥੀਓ, ਕਿਸੇ ਵੀ ਸਮਾਜ ਦੇ ਵਿੱਚ ਕਿਸੇ ਵੀ ਮਨੁੱਖ ਦੇ ਲਈ ਅਧਿਕਾਰ ਬਹੁਤ ਜ਼ਰੂਰੀ ਹੁੰਦੇ ਹਨ। ਜੇਕਰ ਕੋਈ ਵਿਅਕਤੀ ਸਮਾਜ ਦੇ ਵਿੱਚ ਆਪਣਾ ਜੀਵਨ ਵਧੀਆ ਪੱਧਰ ਦੇ ਨਾਲ ਜਿਉਣਾ ਚਾਹੁੰਦਾ ਹੈ ਤਾਂ ਉਸ ਦੇ ਲਈ ਅਧਿਕਾਰਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ। ਅਧਿਕਾਰਾਂ ਦੇ ਬਾਰੇ ਆਪਾਂ ਪੜ੍ਹਿਆ, ਇਸੇ ਪ੍ਰਕਾਰ ਹੀ ਕੁਝ ਮੁੱਢਲੇ ਅਧਿਕਾਰ ਆ ਜਾਂਦੇ ਹਨ। ਜੇਕਰ ਇਹਨਾਂ ਦਾ ਅਰਥ ਅਸੀਂ ਸਮਝੀਏ ਤਾਂ ਮੁੱਢਲੇ ਅਧਿਕਾਰ ਉਹ ਹੁੰਦੇ ਹਨ ਜੋ ਵਿਅਕਤੀ ਦੀ ਸਰੀਰਕ, ਮਾਨਸਿਕ, ਨੈਤਿਕ, ਸੱਭਿਆਚਾਰਕ ਭਾਵ ਉਸਦੇ ਬਹੁਪੱਖੀ ਵਿਕਾਸ ਲਈ ਜ਼ਰੂਰੀ ਹੁੰਦੇ ਹਨ। ਆਸਾਨ ਭਾਸ਼ਾ ਦੇ ਵਿੱਚ ਇੱਕ ਮਨੁੱਖ ਦੇ ਜ਼ਿੰਦਗੀ ਨੂੰ ਸਹੀ ਢੰਗ ਦੇ ਨਾਲ ਚਲਾਉਣ ਦੇ ਲਈ ਮੁੱਢਲੇ ਅਧਿਕਾਰਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੋ ਜਾਂਦੀ ਹੈ। ਤੁਸੀਂ ਸਾਰਿਆਂ ਨੇ ਇਸ ਤੋਂ ਪਹਿਲੇ ਪਾਠ ਦੇ ਵਿੱਚ ਸਾਡੇ ਭਾਰਤੀ ਸੰਵਿਧਾਨ ਦੇ ਬਾਰੇ ਬਹੁਤ ਹੀ ਚੰਗੀ ਤਰ੍ਹਾਂ ਅਤੇ ਵਿਸਥਾਰ ਰੂਪ ਦੇ ਵਿੱਚ ਜਾਣਕਾਰੀ ਪ੍ਰਾਪਤ ਕੀਤੀ ਹੈ। ਤੁਸੀਂ ਇਸ ਤਸਵੀਰ ਦੇ ਵਿੱਚ ਸਾਡੇ ਭਾਰਤੀ ਸੰਵਿਧਾਨ ਨੂੰ ਦੇਖ ਸਕਦੇ ਹੋ। ਇਹ ਜਾਣਕਾਰੀ ਤੁਹਾਡੇ ਲਈ ਬਹੁਤ ਅਹਿਮ ਹੈ ਕਿ ਸਾਡੇ ਮੁੱਢਲੇ ਅਧਿਕਾਰਾਂ ਨੂੰ ਸਾਡੇ ਦੇਸ਼ ਦੇ ਸਰਵਉੱਚ ਕਾਨੂੰਨ ਭਾਵ ਸੰਵਿਧਾਨ ਵਿੱਚ ਅੰਕਿਤ ਕੀਤਾ ਗਿਆ ਹੈ। ਇਸ ਦੇ ਤਹਿਤ ਹੀ ਸਾਡੇ ਮੁੱਢਲੇ ਅਧਿਕਾਰ ਇੱਕ ਪ੍ਰਕਾਰ ਦੇ ਨਾਲ ਸਾਡੇ ਕਾਨੂੰਨੀ ਅਧਿਕਾਰ ਬਣ ਜਾਂਦੇ ਹਨ, ਜਾਂ ਫਿਰ ਇਹਨਾਂ ਨੂੰ ਸਾਡੇ ਸੰਵਿਧਾਨਿਕ ਅਧਿਕਾਰ ਵੀ ਕਿਹਾ ਜਾਂਦਾ ਹੈ। ਪਿਆਰੇ ਵਿਦਿਆਰਥੀਓ, ਹੁਣ ਮੈਂ ਤੁਹਾਨੂੰ ਜਾਣਕਾਰੀ ਦੇਵਾਂਗਾ ਸਾਡੇ ਇੱਕ ਬਹੁਤ ਹੀ ਮਹੱਤਵਪੂਰਨ ਅਨੁਛੇਦ 32 ਦੇ ਬਾਰੇ, ਜਿਸ ਨੂੰ ਕਿ ਸੰਵਿਧਾਨਿਕ ਉਪਚਾਰਾਂ ਦਾ
ਪ੍ਰਬੰਧ ਵੀ ਕਿਹਾ ਜਾਂਦਾ ਹੈ। ਇਸ ਦਾ ਅਰਥ ਮੌਲਿਕ ਅਧਿਕਾਰਾਂ ਦੀ ਰੱਖਿਆ ਕਰਨ ਲਈ ਸੰਵਿਧਾਨ ਵਿੱਚ ਅਨੁਛੇਦ 32 ਦੇ ਰੂਪ ਵਿੱਚ ਸੰਵਿਧਾਨਿਕ ਉਪਚਾਰਾਂ ਦਾ ਪ੍ਰਬੰਧ ਕੀਤਾ ਗਿਆ ਹੈ। ਭਾਵ ਜੋ ਸਾਡੇ ਮੌਲਿਕ ਅਧਿਕਾਰ ਹਨ ਜਾਂ ਮੁੱਢਲੇ ਅਧਿਕਾਰ ਹਨ, ਉਹਨਾਂ ਦੀ ਵਰਤੋਂ ਅਸੀਂ ਬਿਨਾਂ ਕਿਸੇ ਰੋਕ ਟੋਕ ਤੋਂ ਕਰ ਸਕਦੇ ਹਾਂ। ਪਰ ਜੇਕਰ ਕੋਈ ਮਨੁੱਖ ਸਾਨੂੰ ਅਜਿਹਾ ਕਰਨ ਤੋਂ ਰੋਕਦਾ ਹੈ ਤਾਂ ਅਸੀਂ ਕਾਨੂੰਨ ਦੇ ਮੁਤਾਬਕ ਕਾਨੂੰਨ ਦੀ ਸਹਾਇਤਾ ਲੈ ਸਕਦੇ ਹਾਂ। ਇਸ ਅਨੁਛੇਦ ਨੂੰ ਇੱਕ ਪ੍ਰਕਾਰ ਦੇ ਨਾਲ ਦੂਜੇ ਮੌਲਿਕ ਅਧਿਕਾਰਾਂ ਦਾ ਰਾਖਾ ਵੀ ਕਿਹਾ ਜਾਂਦਾ ਹੈ। ਸੋ ਇਹ ਵੀ ਇੱਕ ਬਹੁਤ ਮਹੱਤਵਪੂਰਨ ਜਾਣਕਾਰੀ ਹੈ। ਇਸ ਨੂੰ ਜ਼ਰੂਰ ਆਪਣੀ ਕਾਪੀ ਤੇ ਨੋਟ ਕਰਨਾ ਹੈ। ਤੁਸੀਂ ਦੇਖ ਸਕਦੇ ਹੋ ਇਸ ਤਸਵੀਰ ਦੇ ਵਿੱਚ ਸਾਡੇ ਭਾਰਤੀ ਸੰਵਿਧਾਨ ਦੇ ਪਿਤਾਮਾ ਸ੍ਰੀ ਡਾਕਟਰ BR ਅੰਬੇਦਕਰ ਜੀ ਨੂੰ, ਜਿਨ੍ਹਾਂ ਨੇ ਅਨੁਛੇਦ 32 ਸੰਵਿਧਾਨਿਕ ਉਪਚਾਰਾਂ ਨੂੰ ਸੰਵਿਧਾਨ ਦਾ ਦਿਲ ਅਤੇ ਆਤਮਾ ਦਾ ਨਾਮ ਦਿੱਤਾ ਹੈ। ਪਿਆਰੇ ਵਿਦਿਆਰਥੀਓ, ਹੁਣ ਤੁਸੀਂ ਸਮਝ ਸਕਦੇ ਹੋ ਕਿ ਇਹ ਅਨੁਛੇਦ 32 ਕਿੰਨਾ ਹੀ ਮਹੱਤਵਪੂਰਨ ਹੈ। ਸਾਡੇ ਸੰਵਿਧਾਨ ਦੇ ਪਿਤਾਮਾ ਦੁਆਰਾ ਬਹੁਤ ਹੀ ਸੋਹਣੇ ਸ਼ਬਦ ਕਹੇ ਗਏ ਹਨ ਅਨੁਛੇਦ 32 ਦੇ ਬਾਰੇ। ਤੁਸੀਂ ਸਾਰਿਆਂ ਨੇ ਅਮਰੀਕਾ ਦੇ ਬਾਰੇ ਜ਼ਰੂਰ ਸੁਣਿਆ ਹੋਵੇਗਾ। ਇਸ ਤਸਵੀਰ ਦੇ ਵਿੱਚ ਤੁਸੀਂ ਅਮਰੀਕਾ ਦੇ ਰਾਸ਼ਟਰੀ ਝੰਡੇ ਨੂੰ ਵੀ ਦੇਖ ਸਕਦੇ ਹੋ। ਇੱਕ ਬਹੁਤ ਹੀ ਮਹੱਤਵਪੂਰਨ ਜਾਣਕਾਰੀ। ਪਿਆਰੇ ਵਿਦਿਆਰਥੀਓ, ਭਾਰਤੀ ਸੰਵਿਧਾਨ ਵਿੱਚ ਦਰਜ ਮੌਲਿਕ ਅਧਿਕਾਰ ਜਾਂ ਫਿਰ ਸਾਡੇ ਮੁੱਢਲੇ ਅਧਿਕਾਰਾਂ ਨੂੰ ਅਮਰੀਕਾ ਦੇ ਸੰਵਿਧਾਨ ਦੇ ਆਧਾਰ ਤੇ ਦਰਜ ਕੀਤਾ ਗਿਆ ਹੈ। ਜੋ ਸੰਵਿਧਾਨਿਕ ਅਧਿਕਾਰ ਜਾਂ ਮੌਲਿਕ ਅਧਿਕਾਰਾਂ ਦੀ ਵਰਤੋਂ ਅਸੀਂ ਰੋਜ਼ਾਨਾ ਆਪਣੇ ਜੀਵਨ ਵਿੱਚ ਕਰਦੇ ਹਾਂ, ਇਹਨਾਂ ਨੂੰ ਅਮਰੀਕਾ ਦੇ ਸੰਵਿਧਾਨ ਤੋਂ ਲਿਆ ਗਿਆ ਹੈ। ਜੋ ਅਧਿਕਾਰ ਅਮਰੀਕਾ ਦੇ ਨਾਗਰਿਕਾਂ ਨੂੰ ਪ੍ਰਾਪਤ ਹਨ, ਉਸੇ ਪ੍ਰਕਾਰ ਹੀ ਸਾਨੂੰ ਵੀ ਉਹ ਸਾਰੇ ਅਧਿਕਾਰ ਪ੍ਰਾਪਤ ਹਨ। ਇਸ ਜਾਣਕਾਰੀ ਨੂੰ ਤੁਸੀਂ ਜ਼ਰੂਰ ਸਮਝਣਾ ਹੈ ਅਤੇ ਆਪਣੀ ਕਾਪੀ ਦੇ ਉੱਤੇ ਨੋਟ ਕਰਨਾ ਹੈ ਕਿ ਭਾਰਤੀ ਸੰਵਿਧਾਨ ਵਿੱਚ ਜਿਹੜੇ ਮੌਲਿਕ ਅਧਿਕਾਰ ਹਨ, ਉਹਨਾਂ ਨੂੰ ਭਾਗ 3 ਵਿੱਚ ਅਨੁਛੇਦ 14 ਤੋਂ ਲੈ ਕੇ 32 ਤੱਕ ਦਰਜ ਕੀਤਾ ਗਿਆ ਹੈ। ਪਿਆਰੇ ਵਿਦਿਆਰਥੀਓ, ਤੁਹਾਨੂੰ ਇਹ ਗੱਲ ਚੰਗੀ ਤਰ੍ਹਾਂ ਪਤਾ ਹੈ ਕਿ ਸਿੱਖਿਆ ਪ੍ਰਾਪਤ ਕਰਨਾ ਹਰ ਇੱਕ ਦਾ ਅਧਿਕਾਰ ਹੈ। ਤੁਸੀਂ ਵੀ ਬਿਨਾਂ ਕਿਸੇ ਰੋਕ ਟੋਕ ਤੋਂ ਰੋਜ਼ਾਨਾ ਸਕੂਲ ਜਾਂਦੇ ਹੋ, ਸਕੂਲ ਜਾ ਕੇ ਪੜ੍ਹਦੇ ਹੋ। ਤੁਹਾਨੂੰ ਕੋਈ ਵੀ ਅਜਿਹਾ ਕਰਨ ਤੋਂ ਨਹੀਂ ਰੋਕ ਸਕਦਾ। ਇਸੇ ਪ੍ਰਕਾਰ ਸਾਡੇ ਮੁਲਕ ਦੀਆਂ ਸਰਕਾਰਾਂ ਵੱਲੋਂ ਸਮੇਂ-ਸਮੇਂ ਤੇ ਕਈ ਕਾਨੂੰਨ ਪਾਸ ਕੀਤੇ ਜਾਂਦੇ ਰਹੇ ਹਨ, ਜਿਨ੍ਹਾਂ ਦੇ ਵਿੱਚੋਂ ਇੱਕ ਬਹੁਤ ਹੀ ਮਹੱਤਵਪੂਰਨ ਕਾਨੂੰਨ ਜਾਂ ਸੋਧ ਦਸੰਬਰ 2002 ਵਿੱਚ ਕੀਤੀ ਗਈ। ਇਸ ਦੇ ਮੁਤਾਬਕ ਸਿੱਖਿਆ ਦਾ ਅਧਿਕਾਰ ਸਾਡੇ ਭਾਰਤੀ ਸੰਵਿਧਾਨ ਦੇ ਵਿੱਚ ਸ਼ਾਮਿਲ ਕੀਤਾ ਗਿਆ। ਇਸ ਦੇ ਮੁਤਾਬਿਕ ਕੋਈ ਵੀ ਰਾਜ ਸਰਕਾਰ ਕਿਸੇ ਵੀ ਬੱਚੇ ਨੂੰ ਸਿੱਖਿਆ ਦੇ ਹੱਕ ਤੋਂ ਵਾਂਝਾ ਨਹੀਂ ਰੱਖ ਸਕਦੀ। ਰਾਜ ਸਰਕਾਰਾਂ ਦਾ ਇਹ ਫਰਜ਼ ਬਣ ਜਾਂਦਾ ਹੈ ਕਿ ਉਹ ਹਰ ਇੱਕ ਬੱਚੇ ਨੂੰ ਸਿੱਖਿਆ ਪ੍ਰਦਾਨ ਕਰੇ। ਹਰ ਇੱਕ ਬੱਚੇ ਦਾ ਕਾਨੂੰਨੀ ਅਧਿਕਾਰ ਹੈ ਕਿ ਉਹ ਬਿਨਾਂ ਕਿਸੇ ਰੋਕ ਟੋਕ ਤੋਂ ਸਿੱਖਿਆ ਨੂੰ ਪ੍ਰਾਪਤ ਕਰ ਸਕਦਾ ਹੈ। ਹੁਣ ਆਪਾਂ ਪਾਠ ਦੇ ਵਿੱਚ ਅੱਗੇ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਸਾਂਝੀ ਕਰਾਂਗੇ। ਇਹ ਜਾਣਕਾਰੀ ਹੈ ਸਾਡੇ ਮੌਲਿਕ ਅਧਿਕਾਰਾਂ ਦੇ ਬਾਰੇ ਜਾਂ ਫਿਰ ਸਾਡੇ ਮੁੱਢਲੇ ਅਧਿਕਾਰਾਂ ਦੇ ਬਾਰੇ ਕਿ ਕਿਹੜੇ ਅਧਿਕਾਰ ਸਾਡੇ ਭਾਰਤੀ ਸੰਵਿਧਾਨ ਦੇ ਵਿੱਚ ਦਰਜ ਕੀਤੇ ਗਏ ਹਨ, ਕਿਹੜੇ ਅਧਿਕਾਰਾਂ ਦੀ ਵਰਤੋਂ ਅਸੀਂ ਬਿਨਾਂ ਕਿਸੇ ਰੋਕ ਟੋਕ ਤੋਂ ਕਰ ਸਕਦੇ ਹਾਂ। ਪਿਆਰੇ ਵਿਦਿਆਰਥੀਓ, ਤੁਸੀਂ ਇਹ ਸਾਰੀ ਜਾਣਕਾਰੀ ਨੂੰ ਸਮਝਣਾ ਹੈ ਅਤੇ ਇਹ ਜਾਣਕਾਰੀ ਨੂੰ ਆਪਣੇ ਭੈਣ ਭਰਾਵਾਂ ਅਤੇ ਆਪਣੇ ਮਾਤਾ ਪਿਤਾ ਦੇ ਨਾਲ ਜ਼ਰੂਰ ਸਾਂਝੀ ਕਰਨਾ ਹੈ। ਪਿਆਰੇ ਵਿਦਿਆਰਥੀਓ, ਹੁਣ ਤੁਸੀਂ ਆਪਣੀ ਟੀਵੀ ਸਕਰੀਨ ਦੇ ਉੱਤੇ 6 ਪ੍ਰਕਾਰ ਦੇ ਸਾਡੇ ਮੌਲਿਕ ਅਧਿਕਾਰਾਂ ਨੂੰ ਪੜ੍ਹ ਸਕਦੇ ਹੋ।
ਇਹ ਸਾਡੇ ਮੌਲਿਕ ਅਧਿਕਾਰ ਸਾਡੇ ਭਾਰਤੀ ਸੰਵਿਧਾਨ ਦੇ ਵਿੱਚ ਦਰਜ ਕੀਤੇ ਗਏ ਹਨ। ਇਹਨਾਂ ਵਿੱਚ ਸਭ ਤੋਂ ਪਹਿਲਾਂ ਨੰਬਰ 1 ਦੇ ਉੱਤੇ ਸਮਾਨਤਾ ਦਾ ਅਧਿਕਾਰ, ਨੰਬਰ 2 ਦੇ ਉੱਤੇ ਸੁਤੰਤਰਤਾ ਦਾ ਅਧਿਕਾਰ, ਨੰਬਰ 3 ਦੇ ਉੱਪਰ ਸ਼ੋਸ਼ਣ ਵਿਰੁੱਧ ਅਧਿਕਾਰ, ਨੰਬਰ 4 ਧਾਰਮਿਕ ਸੁਤੰਤਰਤਾ ਦਾ ਅਧਿਕਾਰ, ਨੰਬਰ 5 ਸੱਭਿਆਚਾਰਕ ਅਤੇ ਵਿਦਿਅਕ ਅਧਿਕਾਰ, ਨੰਬਰ 6 ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ। ਇਹ 6 ਪ੍ਰਕਾਰ ਦੇ ਅਧਿਕਾਰ ਹਨ ਜੋ ਆਪਾਂ ਕਿਸੇ ਨਾ ਕਿਸੇ ਤਰ੍ਹਾਂ ਸਾਡੇ ਰੋਜ਼ਾਨਾ ਜੀਵਨ ਦੇ ਵਿੱਚ ਵਰਤਦੇ ਹਾਂ। ਹੁਣ ਆਪਾਂ ਵਿਸਥਾਰ ਰੂਪ ਦੇ ਵਿੱਚ ਇੱਕ ਇੱਕ ਦੇ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਪੜ੍ਹਦੇ ਹਾਂ ਸਮਾਨਤਾ ਦਾ ਅਧਿਕਾਰ। ਸਾਡੇ ਸਮਾਜ ਵਿੱਚ ਹਰ ਇੱਕ ਮਨੁੱਖ ਇੱਕ ਸਮਾਨ ਹੈ। ਪਿਆਰੇ ਵਿਦਿਆਰਥੀਓ, ਸਾਨੂੰ ਕਿਸੇ ਵੀ ਦੂਜੇ ਮਨੁੱਖ ਦੇ ਨਾਲ ਵਿਤਕਰਾ ਨਹੀਂ ਕਰਨਾ ਚਾਹੀਦਾ, ਕਿਉਂਕਿ ਪ੍ਰਮਾਤਮਾ ਨੇ ਸਾਨੂੰ ਸਾਰਿਆਂ ਨੂੰ ਇੱਕ ਸਮਾਨ ਇਸ ਧਰਤੀ ਦੇ ਉੱਤੇ ਭੇਜਿਆ ਹੈ ਅਤੇ ਇੱਕ ਸਮਾਨ ਹਰ ਇੱਕ ਚੀਜ਼ ਦਿੱਤੀ ਹੈ। ਸਮਾਨਤਾ ਦੇ ਅਧਿਕਾਰ ਦੇ ਵਿੱਚ ਜੇਕਰ ਆਪਾਂ ਪੜ੍ਹੀਏ, ਇਹ ਸਾਡਾ ਮੁੱਢਲਾ ਅਧਿਕਾਰ ਹੈ। ਇਸ ਅਧਿਕਾਰ ਅਨੁਸਾਰ ਸਾਰੇ ਵਿਅਕਤੀ ਕਾਨੂੰਨ ਦੇ ਸਾਹਮਣੇ ਬਰਾਬਰ ਹਨ। ਕਾਨੂੰਨ ਦੀ ਦੁਨੀਆ ਵਿੱਚ ਊਚ ਨੀਚ, ਅਮੀਰ ਗਰੀਬ, ਰੰਗ ਨਸਲ, ਜਾਤ ਜਨਮ ਆਦਿ ਦੇ ਆਧਾਰ ਤੇ ਕੋਈ ਵੀ ਭੇਦਭਾਵ ਨਹੀਂ ਕੀਤਾ ਜਾ ਸਕਦਾ ਜਾਂ ਕੋਈ ਵੀ ਭੇਦਭਾਵ ਨਹੀਂ ਹੋ ਸਕਦਾ। ਇੱਥੇ ਤੁਸੀਂ ਇਹ ਸਮਝ ਸਕਦੇ ਹੋ ਕਿ ਸਮਾਨਤਾ ਦਾ ਅਧਿਕਾਰ ਕਿੰਨਾ ਮਹੱਤਵਪੂਰਨ ਹੈ ਸਾਡੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ, ਅਤੇ ਸਾਨੂੰ ਸਾਰਿਆਂ ਨੂੰ ਇਸ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਇੱਕ ਕਰਤੱਵ ਦੇ ਰੂਪ ਦੇ ਵਿੱਚ ਇਸ ਨੂੰ ਨਿਭਾਉਣਾ ਚਾਹੀਦਾ ਹੈ। ਨੰਬਰ 2 ਸੁਤੰਤਰਤਾ ਦਾ ਅਧਿਕਾਰ। ਹਰ ਇੱਕ ਮਨੁੱਖ ਨੂੰ ਆਪਣੇ ਜੀਵਨ ਦੇ ਵਿੱਚ ਸਮੁੱਚੇ ਤੌਰ ਤੇ ਸੁਤੰਤਰ ਰਹਿਣ ਦਾ ਹੱਕ ਹੈ। ਕੋਈ ਵੀ ਮਨੁੱਖ ਦੂਜੇ ਮਨੁੱਖ ਤੋਂ ਇਹ ਹੱਕ ਨਹੀਂ ਖੋ ਸਕਦਾ। ਜਿਸ ਪ੍ਰਕਾਰ ਤੁਸੀਂ ਇਸ ਤਸਵੀਰ ਦੇ ਵਿੱਚ ਦੇਖ ਸਕਦੇ ਹੋ, ਅਸੀਂ ਕਿਸੇ ਪੰਛੀ, ਕਿਸੇ ਵੀ ਜਾਨਵਰ ਨੂੰ ਵੀ ਇੱਕ ਪ੍ਰਕਾਰ ਦੇ ਨਾਲ ਸੁਤੰਤਰਤਾ ਤੋਂ ਵਾਂਝਾ ਨਹੀਂ ਰੱਖ ਸਕਦੇ। ਇਹ ਕੁਦਰਤ ਦੇ ਅਸੂਲਾਂ ਦੇ ਉਲਟ ਹੁੰਦਾ ਹੈ। ਸੁਤੰਤਰਤਾ ਦੇ ਅਧਿਕਾਰ ਦੇ ਵਿੱਚ ਜੇਕਰ ਅਸੀਂ ਪੜ੍ਹੀਏ, ਇਸ ਰਾਹੀਂ ਸਾਨੂੰ ਕਈ ਸੁਤੰਤਰਤਾਵਾਂ ਮਿਲੀਆਂ ਹੋਈਆਂ ਹਨ, ਜਿਵੇਂ ਕਿ ਭਾਸ਼ਣ ਦੇਣ ਦੀ ਸੁਤੰਤਰਤਾ, ਵਿਚਾਰ ਪ੍ਰਗਟਾਉਣ ਦੀ ਸੁਤੰਤਰਤਾ, ਸਮੁੱਚੇ ਭਾਰਤ ਵਿੱਚ ਕਿਤੇ ਵੀ ਘੁੰਮਣ ਫਿਰਨ ਦੀ ਸੁਤੰਤਰਤਾ, ਕਿਤੇ ਵੀ ਆਉਣ ਜਾਣ ਦੀ ਸੁਤੰਤਰਤਾ। ਇਹਨਾਂ ਤੋਂ ਇਲਾਵਾ ਪ੍ਰੈਸ ਦੀ ਸੁਤੰਤਰਤਾ ਅਤੇ ਕੋਈ ਵੀ ਧੰਦਾ ਜਾਂ ਕੋਈ ਵੀ ਕੰਮ ਕਰਨ ਦੀ ਸੁਤੰਤਰਤਾ ਆਦਿ ਅਧਿਕਾਰ ਸਾਨੂੰ ਸਾਡੇ ਰੋਜ਼ਾਨਾ ਦੇ ਜੀਵਨ ਦੇ ਵਿੱਚ ਪ੍ਰਾਪਤ ਹਨ। ਪਿਆਰੇ ਵਿਦਿਆਰਥੀਓ, ਸਾਡੇ ਸਮਾਜ ਦੇ ਵਿੱਚ ਇੱਕ ਵਧੀਆ ਜ਼ਿੰਦਗੀ ਜਿਉਣ ਦੇ ਲਈ ਮਿਹਨਤ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ। ਕੋਈ ਵੀ ਵਿਅਕਤੀ ਮਿਹਨਤ ਕਰਕੇ ਪੈਸੇ ਕਮਾਉਂਦਾ ਹੈ, ਪਰ ਜੇਕਰ ਕੋਈ ਵੀ ਵਿਅਕਤੀ ਕਿਸੇ ਦੀ ਮਿਹਨਤ ਨੂੰ ਰੱਖਦਾ ਹੈ ਜਾਂ ਉਹਦਾ ਕਿਸੇ ਵੀ ਪ੍ਰਕਾਰ ਸ਼ੋਸ਼ਣ ਕਰਦਾ ਹੈ, ਤਾਂ ਇਸ ਦੇ ਬਾਰੇ ਵੀ ਸਾਡੇ ਭਾਰਤੀ ਸੰਵਿਧਾਨ ਦੇ ਵਿੱਚ ਇੱਕ ਅਧਿਕਾਰ ਅੰਕਿਤ ਕੀਤਾ ਗਿਆ ਹੈ, ਜਿਸ ਨੂੰ ਕਿ ਸ਼ੋਸ਼ਣ ਵਿਰੁੱਧ ਅਧਿਕਾਰ ਕਿਹਾ ਜਾਂਦਾ ਹੈ। ਇਸ ਦੇ ਮੁਤਾਬਿਕ ਮਨੁੱਖ ਦਾ ਵਪਾਰ ਕਰਨ, ਵੇਤਨ ਦਿੱਤੇ ਬਿਨਾਂ ਕੰਮ ਕਰਵਾਉਣ, ਦੂਜਿਆਂ ਤੋਂ ਜ਼ਬਰਦਸਤੀ ਕੰਮ ਕਰਾਉਣ ਆਦਿ ਪੂਰੀ ਤਰ੍ਹਾਂ ਮਨਾਹੀ ਕੀਤੀ ਗਈ ਹੈ। ਕੋਈ ਵੀ ਵਿਅਕਤੀ ਕਿਸੇ ਵੀ ਵਿਅਕਤੀ ਦਾ ਕਿਸੇ ਵੀ ਤਰ੍ਹਾਂ ਦਾ ਸ਼ੋਸ਼ਣ ਨਹੀਂ ਕਰ ਸਕਦਾ। ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਹ ਕਾਨੂੰਨ ਦਾ ਅਪਰਾਧੀ ਬਣ ਸਕਦਾ ਹੈ। ਉਸ ਨੂੰ ਕਾਨੂੰਨ ਦੇ ਮੁਤਾਬਕ ਸਜ਼ਾ ਵੀ ਮਿਲ ਸਕਦੀ ਹੈ। ਸਾਡਾ ਭਾਰਤ ਰਿਸ਼ੀਆਂ ਮੁਨੀਆਂ, ਗੁਰੂਆਂ, ਪੀਰਾਂ, ਫਕੀਰਾਂ ਅਤੇ ਦੇਵੀ ਦੇਵਤਿਆਂ ਦੀ ਧਰਤੀ ਹੈ। ਪਿਆਰੇ ਵਿਦਿਆਰਥੀਓ, ਸਾਡੇ ਭਾਰਤ ਵਿੱਚ ਅਨੇਕਾਂ ਪ੍ਰਕਾਰ ਦੇ ਲੋਕ ਅਨੇਕਾਂ ਪ੍ਰਕਾਰ ਦੇ ਸੱਭਿਆਚਾਰ ਦੇ ਨਾਲ ਰਹਿੰਦੇ ਹਨ।
ਸਾਡੇ ਭਾਰਤ ਵਿੱਚ ਲੋਕ ਵੱਖ-ਵੱਖ ਧਰਮਾਂ ਨੂੰ ਮੰਨਦੇ ਹਨ ਅਤੇ ਆਪਣੇ ਧਰਮ ਦੇ ਮੁਤਾਬਕ ਸਾਡੇ ਭਾਰਤ ਵਿੱਚ ਬਿਨਾਂ ਕਿਸੇ ਭੇਦਭਾਵ ਤੋਂ ਰਹਿੰਦੇ ਹਨ। ਇੱਕ ਬਹੁਤ ਹੀ ਮਹੱਤਵਪੂਰਨ ਧਾਰਮਿਕ ਸੁਤੰਤਰਤਾ ਦਾ ਅਧਿਕਾਰ, ਜਿਹੜਾ ਕਿ ਸਾਨੂੰ ਕੋਈ ਵੀ ਧਰਮ ਮੰਨਣ ਦੀ ਆਜ਼ਾਦੀ ਦਿੰਦਾ ਹੈ। ਇਸ ਦੇ ਮੁਤਾਬਕ ਅਸੀਂ ਕਿਸੇ ਵੀ ਧਰਮ ਨੂੰ ਅਪਣਾ ਸਕਦੇ ਹਾਂ, ਆਪਣੇ ਧਰਮ ਦਾ ਪ੍ਰਚਾਰ ਕਰ ਸਕਦੇ ਹਾਂ। ਸਮੁੱਚੇ ਭਾਰਤ ਵਿੱਚ ਕਿਤੇ ਵੀ ਧਾਰਮਿਕ ਸਥਾਨ ਬਣਾ ਸਕਦੇ ਹਾਂ। ਕੋਈ ਵੀ ਮਨੁੱਖ ਸਾਨੂੰ ਅਜਿਹਾ ਕਰਨ ਤੋਂ ਨਹੀਂ ਰੋਕ ਸਕਦਾ। ਇਸੇ ਪ੍ਰਕਾਰ ਹੀ ਸਾਡੇ ਭਾਰਤ ਨੂੰ ਇੱਕ ਧਰਮ ਨਿਰਪੱਖ ਦੇਸ਼ ਵੀ ਕਿਹਾ ਜਾਂਦਾ ਹੈ। ਪਿਆਰੇ ਵਿਦਿਆਰਥੀਓ, ਬਹੁਤ ਹੀ ਅਹਿਮ ਜਾਣਕਾਰੀ ਨੂੰ ਤੁਸੀਂ ਸਮਝਣਾ ਹੈ ਅਤੇ ਇਸ ਨੂੰ ਆਪਣੀ ਕਾਪੀ ਦੇ ਉੱਤੇ ਨੋਟ ਕਰਨਾ ਹੈ। ਸਾਡੇ ਭਾਰਤੀ ਸੰਵਿਧਾਨ ਵਿੱਚ ਦਰਜ ਸਾਡਾ 5ਵਾਂ ਮੌਲਿਕ ਅਧਿਕਾਰ ਸੱਭਿਆਚਾਰਕ ਅਤੇ ਵਿਦਿਅਕ ਅਧਿਕਾਰ ਹੈ। ਇਹ ਵੀ ਸਾਡੇ ਰੋਜ਼ਾਨਾ ਦੇ ਜੀਵਨ ਨਾਲ ਸੰਬੰਧਿਤ ਇੱਕ ਬਹੁਤ ਹੀ ਮਹੱਤਵਪੂਰਨ ਅਧਿਕਾਰ ਹੈ। ਇਸ ਦੇ ਮੁਤਾਬਕ ਇਸ ਅਧਿਕਾਰ ਅਧੀਨ ਹਰੇਕ ਨਾਗਰਿਕ ਜਾਂ ਹਰੇਕ ਸਮੁਦਾਇ ਨੂੰ ਆਪਣੀ ਆਪਣੀ ਭਾਸ਼ਾ, ਆਪਣੀ ਲਿਪੀ ਜਾਂ ਸੱਭਿਆਚਾਰ ਨੂੰ ਸੁਰੱਖਿਅਤ ਰੱਖਣ ਦਾ ਪੂਰਨ ਰੂਪ ਵਿੱਚ ਅਧਿਕਾਰ ਹੈ। ਸਰਕਾਰੀ ਵਿਦਿਅਕ ਸੰਸਥਾਵਾਂ ਵਿੱਚ ਕਿਸੇ ਨੂੰ ਵੀ ਰੰਗ, ਨਸਲ, ਜਾਤ ਅਤੇ ਧਰਮ ਦੇ ਆਧਾਰ ਤੇ ਦਾਖਲਾ ਦੇਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਪਿਆਰੇ ਵਿਦਿਆਰਥੀਓ, ਜੇਕਰ ਕੋਈ ਵੀ ਸੰਸਥਾ ਜਾਂ ਕੋਈ ਵੀ ਕਾਲਜ, ਯੂਨੀਵਰਸਿਟੀ ਅਜਿਹਾ ਕਰਦੀ ਹੈ ਤਾਂ ਉਸ ਦੇ ਵਿਰੁੱਧ ਕਾਨੂੰਨੀ ਕਾਰਵਾਈ ਹੋ ਸਕਦੀ ਹੈ ਅਤੇ ਕਾਨੂੰਨ ਦੇ ਮੁਤਾਬਕ ਉਸ ਦੀ ਮਾਨਤਾ ਨੂੰ ਵੀ ਰੱਦ ਕੀਤਾ ਜਾ ਸਕਦਾ ਹੈ। ਸਾਡੇ ਮੌਲਿਕ ਅਧਿਕਾਰਾਂ ਵਿੱਚ ਅੰਤ ਵਿੱਚ ਅਸੀਂ ਪੜ੍ਹਾਂਗੇ ਸਾਡੇ ਬਹੁਤ ਹੀ ਮਹੱਤਵਪੂਰਨ ਸਾਡੇ ਮੁੱਢਲੇ ਅਧਿਕਾਰ, ਸੰਵਿਧਾਨਿਕ ਉਪਚਾਰਾਂ ਦੇ ਅਧਿਕਾਰ ਦੇ ਬਾਰੇ। ਜਿਵੇਂ ਕਿ ਆਪਾਂ ਪਹਿਲਾਂ ਹੀ ਇਹ ਜਾਣਕਾਰੀ ਸਾਂਝੀ ਕਰ ਚੁੱਕੇ ਹਾਂ ਕਿ ਇਹ ਇੱਕ ਬਹੁਤ ਹੀ ਮਹੱਤਵਪੂਰਨ ਅਧਿਕਾਰ ਹੈ, ਜਿਸ ਨੂੰ ਦੂਜੇ ਅਧਿਕਾਰਾਂ ਦਾ ਰਾਖਾ ਵੀ ਕਿਹਾ ਜਾਂਦਾ ਹੈ। ਇਹ ਅਧਿਕਾਰ ਸਾਨੂੰ ਆਪਣੇ ਕਰਤੱਵਾਂ ਦਾ ਗਿਆਨ ਕਰਵਾਉਂਦਾ ਹੈ। ਇਹ ਅਧਿਕਾਰ ਸਾਨੂੰ ਆਪਣੇ ਫਰਜ਼ਾਂ ਦਾ ਗਿਆਨ ਕਰਵਾਉਂਦਾ ਹੈ। ਇਸ ਅਧਿਕਾਰ ਵਿੱਚ ਇਹ ਅੰਕਿਤ ਕੀਤਾ ਗਿਆ ਹੈ ਕਿ ਤੁਸੀਂ ਸੰਵਿਧਾਨਕ ਤੌਰ ਤੇ ਕਿਸੇ ਦੇ ਅਧਿਕਾਰ ਖੋ ਨਹੀਂ ਸਕਦੇ। ਪਿਆਰੇ ਵਿਦਿਆਰਥੀਓ, ਜਿਸ ਪ੍ਰਕਾਰ ਮੈਂ ਤੁਹਾਨੂੰ ਕਿਹਾ ਸੀ ਕਿ ਜਿਹੜੇ ਸਾਡੇ ਅਧਿਕਾਰ ਹਨ ਉਹ ਦੂਜੇ ਮਨੁੱਖ ਦੇ ਕਰਤੱਵ ਹੁੰਦੇ ਹਨ ਅਤੇ ਜੋ ਦੂਜੇ ਮਨੁੱਖ ਦੇ ਅਧਿਕਾਰ ਹੁੰਦੇ ਹਨ ਉਹ ਸਾਡੇ ਕਰਤੱਵ ਬਣ ਜਾਂਦੇ ਹਨ। ਸਾਨੂੰ ਸਾਰਿਆਂ ਦਾ ਸਮਾਨ ਰੂਪ ਵਿੱਚ ਸਨਮਾਨ ਕਰਨਾ ਚਾਹੀਦਾ ਹੈ ਅਤੇ ਕਿਸੇ ਵੀ ਵਿਅਕਤੀ ਦੇ ਅਧਿਕਾਰਾਂ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਰੋਕ ਨਹੀਂ ਲਗਾਉਣੀ ਚਾਹੀਦੀ ਅਤੇ ਜੇਕਰ ਅਸੀਂ ਅਜਿਹਾ ਕਰਾਂਗੇ ਤਾਂ ਅਸੀਂ ਕਾਨੂੰਨ ਦੇ ਅਪਰਾਧੀ ਬਣਾਂਗੇ। ਸੋ ਸਾਨੂੰ ਸਾਰਿਆਂ ਨੂੰ ਬਰਾਬਰ ਰੂਪ ਵਿੱਚ ਸਨਮਾਨ ਦੇਣਾ ਚਾਹੀਦਾ ਹੈ। ਸੋ ਹੁਣ ਆਪਾਂ ਮਨੁੱਖੀ ਅਧਿਕਾਰ ਜਾਂ ਹਿਊਮਨ ਰਾਈਟਸ ਦੇ ਬਾਰੇ ਵੀ ਜਾਣਕਾਰੀ ਸਾਂਝੀ ਕਰਾਂਗੇ। ਇਹ ਵੀ ਇੱਕ ਬਹੁਤ ਹੀ ਮਹੱਤਵਪੂਰਨ ਅਤੇ ਜ਼ਰੂਰੀ ਜਾਣਕਾਰੀ ਹੈ। ਪਿਆਰੇ ਵਿਦਿਆਰਥੀਓ, ਸਾਡੇ ਅੱਜ ਦੇ ਸਮਾਜ ਦੇ ਵਿੱਚ ਮਨੁੱਖੀ ਅਧਿਕਾਰ ਜਾਂ ਮਨੁੱਖੀ ਕਦਰਾਂ ਕੀਮਤਾਂ ਦੀ ਬਹੁਤ ਹੀ ਜ਼ਿਆਦਾ ਮਹੱਤਤਾ ਹੈ। ਸਾਨੂੰ ਸਾਰਿਆਂ ਨੂੰ ਮਨੁੱਖੀ ਅਧਿਕਾਰਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਉਹ ਅਧਿਕਾਰ ਜਿਹੜੇ ਮਨੁੱਖ ਨੂੰ ਮਾਨਵੀ ਜੀਵਨ ਜਿਉਣ ਦੇ ਕਾਬਿਲ ਬਣਾਉਂਦੇ ਹਨ, ਉਹਨਾਂ ਨੂੰ ਮਨੁੱਖੀ ਅਧਿਕਾਰ ਕਿਹਾ ਜਾਂਦਾ ਹੈ। ਵਿਅਕਤੀ ਜਿਉਣ ਦੇ ਨਾਲ ਨਾਲ ਮਾਣ ਸਤਿਕਾਰ ਵਾਲਾ ਜੀਵਨ ਵੀ ਜਿਉਣਾ ਚਾਹੁੰਦਾ ਹੈ। ਇਸ ਲਈ ਉਹ ਸਾਰੇ ਅਧਿਕਾਰ ਜਿਹੜੇ ਮਨੁੱਖ ਨੂੰ ਇੱਕ ਵਧੀਆ, ਸਤਿਕਾਰ ਅਤੇ ਮਾਣ ਵਾਲਾ ਜੀਵਨ ਜਿਉਣ ਦੇ ਕਾਬਿਲ ਬਣਾਉਂਦੇ ਹਨ ਨੂੰ ਮਨੁੱਖੀ ਅਧਿਕਾਰ ਕਹਿੰਦੇ ਹਨ। ਹਰ ਇੱਕ ਇਨਸਾਨ, ਹਰ ਇੱਕ ਨਾਗਰਿਕ ਦੀ ਜ਼ਿੰਦਗੀ ਦੇ ਵਿੱਚ ਮਨੁੱਖੀ ਅਧਿਕਾਰਾਂ ਦਾ ਬਹੁਤ ਹੀ ਜ਼ਿਆਦਾ ਮਹੱਤਵ ਹੁੰਦਾ ਹੈ। ਆਪਾਂ ਸਭਨਾਂ ਨੂੰ ਹਰ ਇੱਕ ਮਨੁੱਖ ਦੇ ਅਧਿਕਾਰਾਂ ਦਾ ਸਮਾਨ ਰੂਪ ਵਿੱਚ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਕਿਸੇ ਵੀ ਮਨੁੱਖ ਦੇ ਮਨੁੱਖੀ ਅਧਿਕਾਰਾਂ ਵਿੱਚ ਕਿਸੇ ਵੀ ਪ੍ਰਕਾਰ ਦੀ ਰੋਕ ਟੋਕ ਨਹੀਂ ਲਗਾਉਣੀ ਚਾਹੀਦੀ। ਪਿਆਰੇ ਵਿਦਿਆਰਥੀਓ, ਹੁਣ ਤੱਕ ਆਪਾਂ ਸਾਡੇ ਮੁੱਢਲੇ ਅਧਿਕਾਰਾਂ ਦੇ ਬਾਰੇ ਬਹੁਤ ਹੀ ਵਿਸਥਾਰ ਰੂਪ ਵਿੱਚ ਪੜ੍ਹਿਆ ਹੈ, ਜਾਣਕਾਰੀ ਸਾਂਝੀ ਕੀਤੀ ਹੈ ਤੇ ਤੁਸੀਂ
ਇਹਨਾਂ ਸਾਰੇ ਤੱਥਾਂ ਨੂੰ ਨੋਟ ਵੀ ਕੀਤਾ ਹੈ। ਹੁਣ ਆਪਾਂ ਦੁਹਰਾਈ ਕਰਾਂਗੇ। ਦੁਹਰਾਈ ਵੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ। ਮੈਨੂੰ ਇਹ ਵੀ ਉਮੀਦ ਹੈ ਕਿ ਤੁਸੀਂ ਇਸ ਕਲਾਸ ਤੋਂ ਬਾਅਦ ਆਪਣੇ ਘਰ ਦੇ ਵਿੱਚ ਵੀ ਇਸ ਪਾਠ ਦੀ ਇੱਕ ਵਾਰ ਫਿਰ ਤੋਂ ਦੁਹਰਾਈ ਕਰੋਗੇ। ਦੁਹਰਾਈ ਦੇ ਵਿੱਚ ਮੈਂ ਤੁਹਾਡੇ ਕੋਲੋਂ ਪ੍ਰਸ਼ਨ ਪੁੱਛਾਂਗਾ। ਮੈਨੂੰ ਇਹ ਵੀ ਉਮੀਦ ਹੈ ਕਿ ਤੁਹਾਨੂੰ ਇਹਨਾਂ ਪ੍ਰਸ਼ਨਾਂ ਦੇ ਉੱਤਰ ਬਹੁਤ ਹੀ ਚੰਗੀ ਤਰ੍ਹਾਂ ਪਤਾ ਹਨ। ਦੁਹਰਾਈ ਵਿੱਚ ਸਭ ਤੋਂ ਪਹਿਲਾ ਪ੍ਰਸ਼ਨ ਇਸ ਪ੍ਰਕਾਰ ਹੈ। ਪ੍ਰਸ਼ਨ ਨੰਬਰ ਪਹਿਲਾ, ਅਧਿਕਾਰ ਤੋਂ ਕੀ ਭਾਵ ਹੈ? ਤੁਸੀਂ ਸਾਰਿਆਂ ਨੇ ਬਹੁਤ ਹੀ ਧਿਆਨ ਦੇ ਨਾਲ ਪਾਠ ਨੂੰ ਪੜ੍ਹਿਆ ਹੈ ਤੇ ਤੁਹਾਨੂੰ ਇਸਦਾ ਉੱਤਰ ਯਕੀਨਨ ਤੌਰ ਤੇ ਪਤਾ ਹੈ। ਜਿਵੇਂ ਕਿ ਆਪਾਂ ਪੜ੍ਹਿਆ, ਅਧਿਕਾਰ ਮਨੁੱਖ ਦੀਆਂ ਉਹ ਜਾਇਜ਼ ਮੰਗਾਂ ਹਨ ਜੋ ਉਸਦੇ ਵਿਕਾਸ ਅਤੇ ਕਲਿਆਣ ਲਈ ਜ਼ਰੂਰੀ ਹਨ। ਇਹਨਾਂ ਅਧਿਕਾਰਾਂ ਨੂੰ ਸਮਾਜ ਜਾਂ ਰਾਜ ਉਚਿਤ ਸਮਝਦਾ ਹੋਵੇ ਜਾਂ ਫਿਰ ਇਹ ਅਧਿਕਾਰ ਰਾਜ ਦੇ ਕਾਨੂੰਨ ਦੇ ਮੁਤਾਬਕ ਹੋਣ। ਪ੍ਰਸ਼ਨ ਨੰਬਰ ਦੂਜਾ ਤੁਹਾਡੀ ਸਕਰੀਨ ਦੇ ਉੱਤੇ ਇਸ ਪ੍ਰਕਾਰ ਹੈ। ਮੁੱਢਲੇ ਅਧਿਕਾਰਾਂ ਤੋਂ ਤੁਹਾਡਾ ਕੀ ਭਾਵ ਹੈ? ਜੀ ਹਾਂ, ਪ੍ਰਸ਼ਨ ਨੰਬਰ 2, ਮੁੱਢਲੇ ਅਧਿਕਾਰਾਂ ਤੋਂ ਤੁਹਾਡਾ ਕੀ ਭਾਵ ਹੈ? ਜੀ, ਇਸ ਦਾ ਉੱਤਰ ਸਧਾਰਨ ਅਰਥਾਂ ਵਿੱਚ ਮੁੱਢਲੇ ਅਧਿਕਾਰ ਉਹ ਹਨ ਜੋ ਵਿਅਕਤੀ ਦੀ ਸਰੀਰਕ, ਮਾਨਸਿਕ, ਨੈਤਿਕ, ਸੱਭਿਆਚਾਰਕ ਭਾਵ ਉਸਦੇ ਬਹੁਪੱਖੀ ਵਿਕਾਸ ਲਈ ਅਤੀ ਜ਼ਰੂਰੀ ਹੁੰਦੇ ਹਨ। ਇਸ ਦਾ ਉੱਤਰ ਵੀ ਤੁਹਾਨੂੰ ਲਾਜ਼ਮੀ ਤੌਰ ਤੇ ਪਤਾ ਹੈ। ਹੁਣ ਪ੍ਰਸ਼ਨ ਨੰਬਰ ਤੀਜਾ ਇਸ ਪ੍ਰਕਾਰ ਹੈ। ਸਮਾਨਤਾ ਦੇ ਅਧਿਕਾਰ ਤੋਂ ਤੁਹਾਡਾ ਕੀ ਭਾਵ ਹੈ? ਜੀ ਹਾਂ, ਸਮਾਨਤਾ ਦੇ ਅਧਿਕਾਰ ਤੋਂ ਤੁਹਾਡਾ ਕੀ ਭਾਵ ਹੈ? ਇਸ ਦਾ ਉੱਤਰ, ਇਸ ਅਧਿਕਾਰ ਅਨੁਸਾਰ ਸਾਰੇ ਵਿਅਕਤੀ ਕਾਨੂੰਨ ਦੇ ਸਾਹਮਣੇ ਬਰਾਬਰ ਹਨ। ਕਾਨੂੰਨ ਦੀ ਦੁਨੀਆ ਵਿੱਚ ਊਚ ਨੀਚ, ਅਮੀਰ ਗਰੀਬ, ਰੰਗ, ਨਸਲ, ਜਾਤ, ਜਨਮ ਆਦਿ ਦੇ ਆਧਾਰ ਤੇ ਕੋਈ ਵੀ ਭੇਦਭਾਵ ਨਹੀਂ ਹੋ ਸਕਦਾ। ਪਿਆਰੇ ਵਿਦਿਆਰਥੀਓ, ਇਹ ਸਨ ਸਾਡੇ ਦੁਹਰਾਈ ਦੇ 3 ਪ੍ਰਸ਼ਨ ਜਿਨ੍ਹਾਂ ਦੇ ਉੱਤਰ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਪਤਾ ਸਨ। ਹੁਣ ਮੈਨੂੰ ਇਹ ਉਮੀਦ ਹੈ ਕਿ ਤੁਸੀਂ ਪੂਰੇ ਪਾਠ ਦੀ ਦੁਹਰਾਈ ਇੱਕ ਵਾਰ ਫਿਰ ਘਰ ਦੇ ਵਿੱਚ ਬੈਠ ਕੇ ਕਰੋਗੇ। ਸੋ ਪਿਆਰੇ ਵਿਦਿਆਰਥੀਓ, ਅੱਜ ਆਪਾਂ ਸਾਰਿਆਂ ਨੇ ਇਸ ਆਨਲਾਈਨ ਕਲਾਸ ਦੇ ਵਿੱਚ ਪਹਿਲੇ ਭਾਗ ਦੇ ਦੌਰਾਨ ਸਾਡੇ ਸੰਵਿਧਾਨ ਵਿੱਚ ਦਰਜ ਮੁੱਢਲੇ ਅਧਿਕਾਰਾਂ ਦੇ ਬਾਰੇ ਵਿਸਥਾਰ ਰੂਪ ਦੇ ਵਿੱਚ ਪੜ੍ਹਿਆ ਹੈ, ਜਾਣਕਾਰੀ ਹਾਸਲ ਕੀਤੀ ਹੈ। ਇਸ ਪਾਠ ਦਾ ਦੂਜਾ ਭਾਗ ਆਪਾਂ ਅਗਲੀ ਕਲਾਸ ਦੇ ਵਿੱਚ ਕਰਾਂਗੇ, ਜਿਸ ਦੇ ਵਿੱਚ ਸਾਡੇ ਅਧਿਕਾਰਾਂ ਦੇ ਪ੍ਰਤੀ ਕੀ ਕਰਤੱਵ ਬਣਦੇ ਹਨ, ਸਾਡੇ ਕੀ ਫਰਜ਼ ਬਣਦੇ ਹਨ, ਉਹਨਾਂ ਦੇ ਬਾਰੇ ਆਪਾਂ ਪੜ੍ਹਾਂਗੇ। ਹੁਣ ਤੁਸੀਂ ਦੁਹਰਾਈ ਜ਼ਰੂਰ ਕਰਨੀ ਹੈ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਘਰ ਰਹੋ ਅਤੇ ਸੁਰੱਖਿਅਤ